गुरु जी दी साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरां ने गुरबाणी गुरु राहीं साडे जीवन की जाच दसी, जिन्हां गुरमुखां ने गुरु तो ही जीवन की जाच सीख ली, जिन्हां ने गुरु की मत द्वारा चलते हुए सच की पहचान कर ली, हुक्म दे विच आके गुरबाणी गुरु विच उन्हां नूं गुरमुख आखे। हुण गुरमुख का जो जीवन है इस संसार दे विच, वो गुरमुख किवें चलदे, किहो जिहा उन्हां दा जीवन ते उन्हां दे मन की अवस्था की हुंदी। संसार दे विच जदों जीव इन्हां तिन्नां गुणां दे विच हुंदा है, वो सुता हुंदा भरम दे विच, वो इधर फसिया हुंदा गुणा उगणा दे विच, चंगे माड़े विच, पाप पुन दे विच। जिहड़े गुरमुख इन्हां तो उपर हुंदे, उन्हां नूं ये सारा कुछ एक समान ही नज़र आउंदा, चाहे गुण ने चाहे औगण, क्योंकि उन्होंने भेद आ गया भी ये सारा कुछ पैदा तो मालक दा ही कीता होए। उन्होंने फिर गुण ते औगण एक समान, वो इन्हां तो उपर उठ जाते, चौथे पद विच हुंदे, इन्हां तिन्नां गुणां तो उपर हुंदे। उन्होंने फिर हुक्म नूं बुझ लिया, हुक्म दे विच आके वो फिर शब्द ही विचार करते ते सुख लेंदे ते आनंद अवस्था च रहते। महाराज इसे वरताए फरमाउंदे, गुण अवगुण समान है, जे आप कीते करतार, नानक हुक्म मने सुख पाइए गुर शब्दी विचार। हुक्म नूं मन के गुरु के शब्द की विचार करके सानू सदा सुख की प्राप्ति होती। फिर उन्हां गुरमुखां नूं भेद है भी गुण ते औगण ये मालक दी पैदा कीते हुए, उहदी दिते हुए ये विचारां दे विच ने, त्रै गुणां दे विच पाप पुन
ਗੁਣ ਔਗਣ, ਚੰਗਾ ਮਾੜਾ, ਖੁਸ਼ੀ ਗਮੀ, ਇਹ ਸਭ ਕੁਝ ਵਿਚਾਰਾਂ ਦੇ ਵਿੱਚ, ਇਹਦੇ ਵਿੱਚ ਹੀ ਸਾਰਾ ਸੰਸਾਰ ਲੱਗਿਆ ਹੋਇਆ। ਚੰਗੇ ਮਾੜੇ ਵਿੱਚ, ਦੁੱਖਾਂ ਸੁੱਖਾਂ ਦੇ ਵਿੱਚ, ਪਾਪ ਪੁੰਨ ਦੇ ਵਿੱਚ। ਜਿਹੜਾ ਗੁਰਮੁਖ ਹੈ ਉਹ ਇਹਨਾਂ ਦੋਵਾਂ ਤੋਂ ਉੱਪਰ, ਉਹਨੂੰ ਹੀ ਗੁਰਬਾਣੀ ਗੁਰੂ ਵਿੱਚ ਭਗਤ ਆਖੇ। ਮਾਰੇ ਫਰਮਾਉਂਦੇ ਦੋ ਕ੍ਰਿਤ ਸੋ ਕ੍ਰਿਤ ਮਧੇ ਸੰਸਾਰ ਸਗਲਾਣਾ, ਦੋਹੂ ਤੇ ਰਹਿਤ ਭਗਤ ਹੈ ਕੋ ਬਿਰਲਾ ਜਾਣਾ। ਜਿਹੜਾ ਭਗਤ ਹੈ, ਗੁਰਮੁਖ ਹੈ, ਇਹ ਇਹਨਾਂ ਦੋਵਾਂ ਤੋਂ ਉੱਪਰ, ਉਹਨੂੰ ਪਾਪ ਪੁੰਨ ਜਿਹੜੇ ਇਹ ਇੱਕ ਸਮਾਨ। ਤਾਈਓ ਇਸੇ ਵਾਸਤੇ ਜੀ ਜਦੋਂ ਭਗਤ ਜਨ ਗਏ, ਉਹਨਾਂ ਨੇ ਸਾਨੂੰ ਦੱਸੀ ਪਾਪ ਪੁੰਨ ਦੋਏ ਇੱਕ ਸਮਾਨ। ਜਦੋਂ ਅਸੀਂ ਸੱਚ ਦੀ ਪਹਿਚਾਣ ਕਰ ਲਈ, ਚੌਥੀ ਸੁਣ ਦੇ ਵਿੱਚ ਸਾਡਾ ਮਨ ਚਲਾ ਜਾਂਦਾ, ਜਿਹਨੂੰ ਅਨਮਨ ਕਹਿੰਦੇ, ਉਦੋਂ ਫਿਰ ਇਹਨੂੰ ਕੋਈ ਪਾਪ ਪੁੰਨ ਨਹੀਂ ਲੱਗਦਾ, ਪਾਪਾਂ ਪੁੰਨਾਂ ਤੋਂ ਉੱਪਰ ਚਲਾ ਜਾਂਦਾ। ਮਾਰੇ ਫਰਮਾਉਂਦੇ ਅੰਤਰ ਸੁਨੰਗ ਬਾਹਰ ਸੁਨੰਗ, ਤ੍ਰੈ ਭਵਨ ਸੁਨਮ ਸੁਨੰਗ, ਚੌਥੀ ਸੁਨੇ ਜੋ ਨਰ ਜਾਣੇ ਤਾ ਕੋ ਪਾਪ ਨ ਪੁੰਨੰ। ਵੀ ਜਿਨ੍ਹਾਂ ਨੇ ਚੌਥੀ ਸੌਣ ਦੀ ਪਹਿਚਾਣ ਕਰ ਲਈ, ਪ੍ਰਕਾਸ਼ ਦੀ, ਉਹਨਾਂ ਨੂੰ ਇਹ ਪਾਪ ਪੁੰਨ ਨਹੀਂ ਲੱਗਦਾ। ਉਹ ਪਾਪ ਪੁੰਨ ਤੋਂ ਉੱਪਰ। ਪਾਪ ਪੁੰਨ ਉਹਨਾਂ ਵਾਸਤੇ ਇਹ ਇੱਕ ਵਿਚਾਰ ਹੈ, ਖੁਸ਼ੀ ਗਮੀ ਇਹ ਤੋਂ ਉੱਪਰ। ਇਹ ਗੁਰਮੁਖ ਦਾ ਜੀਵਨ। ਉਹਨਾਂ ਨੂੰ ਫਿਰ ਤਾਂਹੀਓ ਇਸ ਸੰਸਾਰ ਦਾ ਦੁੱਖ ਸੁੱਖ ਨਹੀਂ ਪਾਉਂਦਾ, ਇਹਨਾਂ ਤੋਂ ਉੱਪਰ ਹੋਣ ਕਰਕੇ ਫਿਰ ਉਹ ਇਹਨਾਂ ਨੂੰ ਇੱਕ ਸਮਾਨ ਹੀ ਸਮਝਦੇ ਵੀ ਜੋ ਮਾਲਕ ਕਰਦਾ ਹੈ ਉਹ ਜੋ ਸਾਡੇ ਵਾਸਤੇ ਭਲਾ, ਉਹ ਜੋ ਸਾਡੇ ਵਾਸਤੇ ਚੰਗਾ, ਉਹ ਫਿਰ ਭਾਣੇ ਦੇ ਵਿੱਚ ਚੱਲਦੇ। ਗੁਰਮੁਖ ਦਾ ਜਿਹੜਾ ਜੀਵਨ ਹੁੰਦਾ ਉਹ ਹਮੇਸ਼ਾ ਮਾਲਕ ਦਾ ਭਾਣਾ ਮੰਨਦਾ। ਫਰਮਾਉਂਦੇ ਗੁਰਮੁਖ ਹੋਵੇ ਸੋ ਭਾਣਾ ਮੰਨੇ। ਵੀ ਜੋ ਤੂੰ ਕਰ ਰਹੇ, ਜਿੱਥੇ ਤੂੰ ਮੈਨੂੰ ਰੱਖਿਆ ਉਹਦੇ ਵਿੱਚ ਹੀ ਮੇਰੀ ਭਲਾਈ। ਤੂੰ ਜੋ ਵੀ ਕਰੇਗਾ ਉਹ ਸਾਡੇ ਵਾਸਤੇ ਚੰਗਾ ਹੋਏਗਾ। ਜੇ ਗੁਰਮੁਖ ਦੇ ਸਰੀਰ ਨੂੰ ਕੋਈ ਰੋਗ ਵੀ ਲੱਗਦਾ ਹੈ, ਉਹ ਇਹ ਰੋਗ ਨੂੰ ਵੀ ਮਾਲਕ ਦੀ ਦਾਤ ਸਮਝਦਾ ਵੀ ਇਹ ਵੀ ਤੇਰੀ ਦਾਤ ਹੈ ਜੋ ਤੂੰ ਸਾਨੂੰ ਦਿੱਤਾ ਹੈ। ਤੇ ਦੁੱਖ ਦੇ ਵਿੱਚ ਜੇ ਤੂੰ ਸਾਨੂੰ ਚੇਤੇ ਆਉਣਾ ਤੇ ਦੁੱਖ ਵੀ ਸਾਡੇ ਵਾਸਤੇ ਦਰ, ਉਹ ਸੁੱਖ ਸਾਡੇ ਵਾਸਤੇ ਰੋਗ ਹੈ ਜਿਹੜਾ ਸੁੱਖ ਤੈਨੂੰ ਭੁਲਾ ਦੇਵੇ। ਇਸੇ ਵਾਸਤੇ ਜੀ ਮਾਰੇ ਫਰਮਾਉਂਦੇ ਦੁੱਖ ਦਾਰੂ ਸੁੱਖ ਰੋਗ ਪਏ। ਵੀ ਇਹ ਵੀ ਤੇਰੀ ਦਾਤ ਹੈ, ਕਿਉਂਕਿ ਤੇਰੇ ਤੋਂ ਬਿਨਾਂ ਲਾਏ ਤੋਂ ਹੋਰ ਤਾਂ ਕੋਈ ਲਾ ਨਹੀਂ ਸਕਦਾ। ਚਾਹੇ ਸਾਡੇ ਸਰੀਰ ਨੂੰ ਬੜੇਪਾ ਆਉਂਦਾ ਜ਼ਰਾ, ਚਾਹੇ ਇਹਨੂੰ ਕੋਈ ਰੋਗ ਲੱਗਦਾ, ਚਾਹੇ ਸਾਡਾ ਸਿਰ ਦਰਦ ਵੀ ਹੁੰਦਾ, ਬਿਨਾਂ ਪਰਮਾਤਮਾ ਦੇ ਲਾਇਆ ਸਾਨੂੰ ਕੁਛ ਨਹੀਂ ਲੱਗਦਾ। ਇਹ ਗੁਰਮੁਖ ਦਾ ਜੀਵਨ ਹੈ, ਉਹ ਇਹ ਗੱਲ ਨੂੰ ਸਮਝਦਾ। ਉਹਦੇ ਹਿਰਦੇ ਵਿੱਚ ਮਾਲਕ ਵਸਿਆ ਹੋਣ ਕਰਕੇ ਉਹਨੂੰ ਲੱਗਦਾ ਹੀ ਨਹੀਂ ਵੀ ਕੋਈ ਹੋਰ ਕਰਦਾ। ਉਹ ਕਹਿੰਦਾ ਵੀ ਤੂੰ ਜੋ ਕਰ। ਮਹਾਰਾਜ ਇਸ ਲਈ ਫਰਮਾਉਂਦੇ ਭਾਈ ਰੇ ਮਤ ਜਾਣੋ ਕਿਸੀ ਕੇ ਕਿਛ ਹੱਥ ਹੈ, ਸਭ ਕਰੇ ਕਰਾਇਆ। ਜਰਾ ਮਰਾ ਸਿਰਤ ਤਾਪ ਸਭ ਹਰ ਕੀ ਵਸ ਹੈ, ਕੋਈ ਲਾਗ ਨਾ ਸਕੇ ਬਿਨ ਹਰ ਕਾ ਲਾਇਆ। ਬਈ ਪਰਮਾਤਮਾ ਦੇ ਲਾਏ ਤੋਂ ਬਿਨਾਂ ਤਾਂ ਸਾਨੂੰ ਕੁਛ ਲੱਗਦਾ ਨਹੀਂ, ਤੇ ਜੇ ਤੂੰ ਲਾਇਆ ਹੈ ਇਹਦੇ ਵਿੱਚ ਹੀ ਸਾਡਾ ਭਲਾ ਹੋਣਾ, ਇਹਦੇ ਵਿੱਚ ਹੀ ਸਾਡੀ ਕੋਈ ਭਲਾਈ ਹੋਣੀ। ਤੂੰ ਤਾਈਓ ਲਾਇਆ ਕਿਉਂਕਿ ਤੂੰ ਤਾਂ ਹਮੇਸ਼ਾ ਸਾਡਾ ਭਲਾ ਹੀ ਕਰਦਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣੇ, ਤੂੰ ਸਦਾ ਸਦਾ ਦਿਆਲਾ।
ਜਿਹੜਾ ਗੁਰਮੁਖ ਉਹਨੂੰ ਮਾਲਕ ਦਾ ਕੀਤਾ ਹੋਇਆ ਭਲਾ ਲੱਗਦਾ, ਅਤੇ ਜਦੋਂ ਆਪਦੀ ਮੱਤ ਜੀ ਵਰਤਦਾ ਉਹਨੂੰ ਭਲਾ ਨਹੀਂ ਲੱਗਦਾ, ਉਹਨੂੰ ਬੁਰਾ ਲੱਗਦਾ, ਅਤੇ ਗੁਰਮੁਖ ਨੂੰ ਭਲਾ ਲੱਗਦਾ। ਵੀ ਤੂੰ ਜੋ ਵੀ ਕਰਦਾ ਹੈ ਉਹਦੇ ਵਿੱਚ ਹੀ ਸਾਡੀ ਭਲਾਈ ਹੈ, ਉਹਦੇ ਵਿੱਚ ਹੀ ਸਾਡਾ ਭਲਾ। ਤੂੰ ਜੇ ਸਾਨੂੰ ਕੋਈ ਰੋਗ ਵੀ ਲਾਇਆ ਉਹ ਵੀ ਸਾਡੇ ਭਲੇ ਵਾਸਤੇ ਹੀ ਲਾਇਆ, ਇਹ ਵੀ ਤੇਰੀ ਦਾਤ ਹੈ। ਉਹ ਰੋਸ ਨਹੀਂ ਕਰਦਾ, ਗੁਰਮੁਖ ਦੇ ਮਨ ਦੇ ਵਿੱਚ ਰੋਸ ਨਹੀਂ ਹੁੰਦਾ, ਹਮੇਸ਼ਾ ਸ਼ੁਕਰਾਨਾ ਹੀ ਨਿਕਲਦਾ। ਇਸ ਵਾਸਤੇ ਫਿਰ ਉਹ ਇਹਨਾਂ ਤੋਂ ਉੱਪਰ ਦੁੱਖ ਸੁੱਖ ਤੋਂ, ਸੰਸਾਰ ਦੀ ਚੰਗੇ ਮਾੜੇ ਤੋਂ, ਪਾਪ ਪੁੰਨ ਤੋਂ, ਗੁਣਾ ਔਗੁਣਾ ਤੋਂ, ਉਹ ਸਾਰਾ ਕੁਛ ਇਹਨੂੰ ਇੱਕ ਸਮਾਨ ਨਹੀਂ ਲੱਗਦਾ। ਇਹੋ ਅਵਸਥਾ ਸੀ ਭਗਤਾਂ ਦੀ। ਚਾਹੇ ਉਹਨਾਂ ਨੂੰ ਸਜ਼ਾ ਵੀ ਦੇਣ ਲੱਗੇ, ਉਹਨਾਂ ਨੇ ਆਖਿਆ ਵੀ ਜੇ ਮਾਲਕ ਸਾਨੂੰ ਇਸੇ ਤਰ੍ਹਾਂ ਹੀ ਸਜ਼ਾ ਦੇਣੀ ਚਾਹੁੰਦਾ, ਜੇ ਉਹ ਇਸੇ ਤਰ੍ਹਾਂ ਹੀ ਸਾਨੂੰ ਮਾਰਨਾ ਚਾਹੁੰਦਾ ਤਾਂ ਫਿਰ ਸਾਨੂੰ ਕੋਈ ਬਚਾ ਨਹੀਂ ਸਕਦਾ, ਅਤੇ ਜੇ ਜੀ ਆਪਦੀ ਮੱਤ ਦੁਆਰਾ ਕਰਨਾ ਚਾਹੁੰਦਾ ਤਾਂ ਫਿਰ ਕੋਈ ਮਾਰ ਨਹੀਂ ਸਕਦਾ, ਕਿਉਂਕਿ ਮਾਲਕ ਦੀ ਮਰਜ਼ੀ ਤੋਂ ਬਿਨਾਂ ਤਾਂ ਕੁਛ ਹੁੰਦਾ ਨਹੀਂ। ਤਾਈਓ ਜਦੋਂ ਜਿਵੇਂ ਬਾਬਾ ਕਬੀਰ ਜੀ ਨੂੰ ਸਜ਼ਾ ਦੇਣ ਲੱਗੇ, ਉਹ ਰਾਮ ਰਾਮ ਜਪਦੇ ਸੀ, ਅਤੇ ਬੁੱਤਾਂ ਦੀ ਜਿਹੜੇ ਜੀ ਪੂਜਾ ਕਰਦੇ ਸੀ ਉਹਨਾਂ ਦਾ ਖੰਡਨ ਕਰਦੇ ਸੀ। ਇਸ ਕਰਕੇ ਫਿਰ ਦੋਵੇਂ ਹੀ ਉਹਨਾਂ ਦੇ ਖਿਲਾਫ ਹੋ ਗਏ। ਜਿਹੜੇ ਹਿੰਦੂ ਸੀ ਉਹ ਵੀ ਖਿਲਾਫ ਹੋ ਗਏ ਵੀ ਸਾਡੇ ਜਿਹੜੇ ਦੇਵੀ ਦੇਵਤੇ, ਜਿਹੜੀਆਂ ਉਹਨਾਂ ਨੇ ਮੂਰਤਾਂ ਬਣਾਈਆਂ ਵੀ ਉਹਨਾਂ ਦਾ ਖੰਡਨ ਕਰਤੇ। ਜਿਹੜੇ ਮੁਸਲਮਾਨ ਸੀ ਆਪਦੇ ਆਪ ਨੂੰ ਅਖਵਾਉਂਦੇ ਉਹ ਵੀ ਖਿਲਾਫ ਹੋ ਗਏ ਵੀ ਇਹ ਰਾਮ ਰਾਮ ਜਪਦੇ, ਦੋਨੇ ਹੀ ਖਿਲਾਫ ਹੋ ਗਏ। ਫਿਰ ਉਹਨਾਂ ਦੀ ਸ਼ਿਕਾਇਤ ਕੀਤੀ ਗਈ ਅਤੇ ਰਾਜੇ ਨੇ ਬੁਲਾਇਆ, ਅਤੇ ਜਦੋਂ ਬੁਲਾਇਆ ਜਿਹੜਾ ਕਾਜੀ ਸੀ ਉਹ ਆਖਣ ਲੱਗਿਆ ਵੀ ਸੁਣਾਓ ਕੋਈ ਅੱਲਾਹ ਤਾਲਾ ਦੀ ਗੱਲ। ਅਤੇ ਬਾਬਾ ਕਬੀਰ ਜੀ ਜਦੋਂ ਬੋਲੇ ਉਹਨਾਂ ਦੇ ਮੁੱਖ 'ਚੋਂ ਰਾਮ ਨਿਕਲੇ। ਉਹਨੂੰ ਗੁੱਸਾ ਚੜ੍ਹਿਆ ਕਾਜੀ ਨੂੰ, ਉਹ ਕਹਿੰਦਾ ਤੂੰ ਕਾਫਰ ਹੈ, ਬਈ ਤੂੰ ਰਾਮ ਕਹਿਣਾ। ਫਤਵਾ ਜਾਰੀ ਕਰ ਦਿੱਤਾ ਵੀ ਇਹ ਕਾਫਰ, ਕਬੀਰ ਹੈ ਜਿਹੜਾ ਉਹ ਕਾਫਰ ਹੈ। ਸਜ਼ਾ ਇਹ ਸੁਣਾ ਦਿੱਤੀ ਕਿ ਵੀ ਇਹਨਾਂ ਨੂੰ ਜਿਉਂਦਿਆਂ ਨੂੰ ਚਿਖਾ 'ਤੇ ਰੱਖ ਕੇ ਅੱਗ ਲਾ ਦਿੱਤੀ ਜਾਵੇ, ਜਿਉਂਦਿਆਂ ਨੂੰ ਸਾੜ ਦਿੱਤਾ ਜਾਵੇ। ਸਜ਼ਾ ਫਤਵਾ ਸੁਣਾ ਦਿੱਤਾ। ਹੁਣ ਚਿਖਾ ਸੀ ਜਿਹੜੀ ਤਿਆਰ ਕੀਤੀ ਗਈ, ਅਤੇ ਬਾਬਾ ਕਬੀਰ ਜੀ ਨੂੰ ਉੱਪਰ ਬਿਠਾਇਆ। ਵਿੱਚੋਂ ਕੁਝ ਜੀਵ ਜਿਹੜੇ ਹਮਦਰਦ ਵੀ ਹੁੰਦੇ ਉਹ ਆਖਣ ਲੱਗੇ ਵੀ ਤੁਹਾਨੂੰ ਸਜ਼ਾ ਇਸ ਕਰਕੇ ਸੁਣਾਈਏ ਵੀ ਤੁਸੀਂ ਰਾਮ ਰਾਮ ਕਹਿੰਦੇ, ਅਤੇ ਤੁਸੀਂ ਆਪ ਹੀ ਕਹਿੰਦੇ ਵੀ ਰਾਮ ਅਤੇ ਅੱਲਾ 'ਚ, ਖੁਦਾ ਦੇ ਵਿੱਚ ਕੋਈ ਫਰਕ ਨਹੀਂ, ਵੀ ਇੱਕੋ ਹੀ ਹੈ। ਤੁਸੀਂ ਰਾਮ ਰਾਮ ਛੱਡ ਕੇ ਜੇ ਖੁਦਾ ਖੁਦਾ ਆਖਣ ਲੱਗ ਜਾਓ ਤਾਂ ਤੁਹਾਡੀ ਜਾਨ ਬਖਸ਼ੀ ਜਾ ਸਕਦੀ। ਬਾਬਾ ਕਬੀਰ ਜੀ ਆਖਣ ਲੱਗੇ ਭਰੋਸਾ ਪਰਮਾਤਮਾ 'ਤੇ, ਬਈ ਮਾਲਕ ਆਪ ਹੀ ਪੌਣ ਹੈ, ਆਪ ਹੀ ਅਗਨ। ਜੇ ਉਹ ਇਸੇ ਤਰ੍ਹਾਂ ਹੀ ਸਾਨੂੰ ਸਾੜਨਾ ਚਾਹੁੰਦਾ ਫਿਰ ਸਾਨੂੰ ਕੋਈ ਨਹੀਂ ਬਚਾ ਸਕਦਾ। ਜੇ ਉਹਨੇ ਰੱਖਣਾ ਹੈ ਤਾਂ ਫਿਰ ਕੋਈ ਸਾੜ ਨਹੀਂ ਸਕਦਾ। ਮਹਾਰਾਜ ਫਰਮਾਉਂਦੇ ਆਪੇ ਪਾਵਕ ਆਪੇ ਪਾਵਣਾ, ਜਾਰੇ ਖਸਮ ਤਾਂ ਰਾਖੇ ਕਪਣਾ। ਵੀ ਜੇ ਉਹ ਸਾਡਾ ਖਸਮ ਸਾਨੂੰ ਇਸੇ ਤਰ੍ਹਾਂ ਹੀ ਜਾਲਣਾ ਚਾਹੁੰਦਾ ਹੈ ਤੇ ਫਿਰ ਨਹੀਂ ਕੋਈ ਬਚਾ ਸਕਦਾ, ਫਿਰ ਕੌਣ ਰੱਖਣਹਾਰ। ਜੇ ਇਹਨਾਂ ਨੇ ਆਪਦੀ ਮੱਤ ਦੁਆਰਾ ਸੁਣਾਈ ਹੈ ਸੱਚ, ਤੇ ਫਿਰ ਉਹਨੇ ਆਪੇ ਹੀ ਰੱਖ ਲੈਣਾ।
ਬਈ ਅਸੀਂ ਤਾਂ ਇਹੀਓ 2 ਅੱਖਰ ਜਿਹੜੇ ਰਾਮ ਰਾਮ ਹੀ ਜਪਣਾ ਹੈ, ਜੇ ਉਹਨੇ ਰੱਖਣਾ ਸਾਨੂੰ ਤੇ ਆਪੇ ਰੱਖ ਲੇ। ਕਹੋ ਕਬੀਰ 2 ਅੱਖਰ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਵੀ ਜੇ ਉਹਨੇ ਰੱਖਣਾ ਸਾਡੇ ਖਸਮ ਨੇ ਤੇ ਉਹਨੇ ਆਪੇ ਰੱਖ ਲਏ। ਇਹਨੂੰ ਕਹਿੰਦੇ ਭਰੋਸਾ, ਇਹਨੂੰ ਕਹਿੰਦੇ ਪ੍ਰਤੀਤ ਮਾਲਕ। ਵੀ ਜੋ ਹੋ ਰਿਹਾ ਗੁਰਮੁਖ ਉਹਦੇ ਵਿੱਚ ਕੋਈ ਵੀ ਦਖਲ ਅੰਦਾਜ਼ੀ ਨਹੀਂ ਕਰਦਾ, ਵੀ ਤੇਰੇ ਭਾਣੇ ਦੇ ਵਿੱਚ ਹੀ ਹੋ ਰਿਹਾ, ਉਹਨਾਂ ਦੇ ਅੰਦਰ ਵੀ ਤਾਂ ਤੂੰ ਹੀ ਬੈਠੇ। ਆਪਾਂ ਨੂੰ ਲੱਗਦਾ ਵੀ ਉਹਨਾਂ ਦੇ ਵਿੱਚ ਹੀ ਔਗਣ ਨੇ, ਵੀ ਬੜੇ ਮਾੜੇ ਹੋਣਗੇ ਜਿਹੜੇ ਉਹਨਾਂ ਨੂੰ ਸਜ਼ਾ ਦੇ ਰਹੇ ਨੇ, ਤੇ ਉਹਨਾਂ ਨੂੰ ਉਹ ਮਾੜੇ ਨਹੀਂ ਲੱਗਦੇ ਕਿਉਂਕਿ ਉਹਨਾਂ ਦੀ ਅਵਸਥਾ ਹੈ। ਉਹਨਾਂ ਦੀ ਇਹ ਅਵਸਥਾ ਜੋ ਸਤਿਗੁਰੂ ਦੱਸਦੇ ਗੁਣ ਔਗਣ ਸਮਾਨ ਹੈ, ਜੇ ਆਪ ਕੀਤੇ ਕਰਤਾਰ। ਆਪਾਂ ਨੂੰ ਲੱਗਦਾ ਵੀ ਬੜੇ ਮਾੜੇ ਬੜੇ ਔਗਣਾਂ ਦੇ ਭਰੇ ਹੋਣਗੇ ਜਿਹੜੇ ਇੰਨੇ ਨਿਰਦਈ ਨੇ, ਤੇ ਉਹਨਾਂ ਦੇ ਮਨ ਦੀ ਅਵਸਥਾ ਉਹ ਕਹਿੰਦੇ ਗੁਣ ਤੇ ਔਗਣ ਸਮਾਨ ਨੇ। ਜੇ ਮਾਲਕ ਹੀ ਕਰਾ ਰਹੇ ਹੈ, ਫਿਰ ਰੋਸ ਕਾਹਦਾ, ਫਿਰ ਗਿਲਾ ਕਾਹਦਾ, ਫਿਰ ਲੜਾਈ ਕਾਹਦੀ, ਫਿਰ ਝਗੜਾ ਕਾਹਦਾ। ਉਹਨਾਂ ਨੇ ਕੋਈ ਵੀ ਵਿੱਚ ਰੁਕਾਵਟ ਨਹੀਂ ਪਾਈ। ਬਾਬਾ ਕਬੀਰ ਜੀ ਜਿਵੇਂ ਉਹ ਕਹਿ ਰਹੇ ਉਵੇਂ ਹੀ ਕਰ ਰਹੇ, ਵੀ ਠੀਕ ਹੈ, ਜੇ ਮਾਲਕ ਨੇ ਇਸੇ ਤਰ੍ਹਾਂ ਹੀ ਕਰਨਾ ਹੈ ਤੇ ਇਸੇ ਤਰ੍ਹਾਂ ਹੀ ਠੀਕ। ਉਹਨਾਂ ਨੇ ਉਹਨਾਂ ਨੂੰ ਚਿਕਾ ਦੇ ਰੱਖ ਕੇ ਅਗਲਾ ਦਿੱਤੀ। ਹੁਣ ਮਾਲਕ ਨੇ ਉਹਨਾਂ ਦੀ ਰੱਖਿਆ ਕੀਤੀ ਕਿਉਂਕਿ ਹਜੇ ਉਹਨਾਂ ਦਾ ਨਹੀਂ ਸਮਾਂ ਆਇਆ, ਹਜੇ ਉਹਨਾਂ ਨੇ ਜਾਣਾ ਨਹੀਂ, ਉਹਨਾਂ ਕੋਲ ਸਵਾਸਾਂ ਦਾ ਧਨ ਹੈਗਾ, ਤੇ ਇਸ ਕਰਕੇ ਮਾਲਕ ਨੇ ਰੱਖਿਆ ਕੀਤੀ ਤੇ ਉਹਨਾਂ ਨੂੰ ਕੁਛ ਵੀ ਨਹੀਂ ਹੋਇਆ, ਤੱਤੀ ਬਾਣੀ ਲੱਗੀ। ਫਿਰ ਉਹਨਾਂ ਨੂੰ ਸਜ਼ਾ ਸੁਣਾਈ ਗਈ ਵੀ ਇਹਨਾਂ ਨੂੰ ਸੰਗਲਾਂ ਦੇ ਨਾਲ ਬੰਨ੍ਹ ਕੇ ਇਹਨਾਂ ਨੂੰ ਗੰਗਾ ਦੇ ਵਿੱਚ ਸੁੱਟਿਓ, ਵੀ ਜਿੱਥੇ ਡੂੰਘਾ ਪਾਣੀ ਹੈ ਉੱਥੇ ਡੁੱਬ ਕੇ ਆਓ। ਤੇ ਉਹ ਫੇਰ ਨਹੀਂ ਰੋਸ ਕਰਦੇ ਗੁਰਮੁਖ, ਵੀ ਠੀਕ ਹੈ ਜੀ, ਮਾਲਕ ਦੀ ਇਸੇ ਤਰ੍ਹਾਂ ਰਜਾ ਤੇ ਇਸੇ ਤਰ੍ਹਾਂ ਸੀ। ਜਾਣੀ ਦੇ ਗੁਰਮੁਖ ਦਾ ਜੀਵਨ ਇਹ ਹੈ ਵੀ ਜਿਵੇਂ ਮਾਲਕ ਦਾ ਹੁਕਮ ਹੁੰਦਾ ਹੈ ਉਹਦੀ ਰਜਾ ਦੇ ਵਿੱਚ ਹੀ ਰਾਜੀ ਨੇ। ਉਹਨਾਂ ਨੂੰ ਇਹ ਗੁਣ ਤੇ ਔਗਣ ਇੱਕ ਸਮਾਨ ਨਜ਼ਰ ਆਉਂਦੇ, ਉਹਨਾਂ ਦੇ ਮਨ ਦੀ ਅਵਸਥਾ ਹੈ ਇਹਨਾਂ ਤੋਂ ਉੱਪਰ। ਇਸ ਲਈ ਮਹਾਰਾਜ ਕਹਿੰਦੇ ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤੇ ਹੋਵਣ, ਜੈ ਜੈ ਰਾਖੇ ਆਪ ਤਿਸ ਜਾਇ ਖੜੋਵਣ। ਵੀ ਜਿਵੇਂ ਤੇਰਾ ਹੁਕਮ ਹੈ ਉਵੇਂ ਹੀ ਹੁੰਦਾ। ਹੁਣ ਇਸੇ ਤਰ੍ਹਾਂ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਉਹਨਾਂ ਨੂੰ ਵੀ ਲਾਹੌਰ ਬੁਲਾਇਆ ਗਿਆ, ਸਿੱਖਾਂ ਨੇ ਸਲਾਹ ਦਿੱਤੀ ਵੀ ਤੁਸੀਂ ਆਪਦੀ ਸਫਾਈ ਦੇ ਵਿੱਚ ਤੁਸੀਂ ਉਹਨਾਂ ਨੂੰ ਪੱਤਰੀ ਲਿਖੋ, ਚਿੱਠੀ ਲਿਖੋ ਵੀ ਆਪਦੀ ਸਫਾਈ ਦਿਓ, ਜਾਂ ਤੁਸੀਂ 2 ਸਿੱਖਾਂ ਨੂੰ ਭੇਜੋ ਵੀ ਉਹ ਜਾ ਕੇ ਤੁਹਾਡੀ ਸਫਾਈ ਦੇਣ, ਵੀ ਕੋਈ ਨਾ ਕੋਈ ਉਪਾਅ ਕਰੋ ਵੀ ਤਾਂ ਕਿ ਵੀ ਤੁਸੀਂ ਆਪਦਾ ਜਿਹੜਾ ਉਹ ਬਚਾਅ ਕਰ ਸਕੋ। ਤੇ ਮਹਾਰਾਜ ਆਖਣ ਲੱਗੇ ਵੀ ਆਪਾਂ ਤਾਂ ਸਾਰਾ ਕੁਝ ਛੱਡ ਕੇ ਮਾਲਕ ਨੂੰ ਹੀ ਧਿਆਉਣਾ, ਜੋ ਵੀ ਹੁੰਦਾ ਉਹਦੀ ਰਜਾ ਦੇ ਵਿੱਚ ਹੀ ਹੁੰਦਾ, ਉਹਦੇ ਹੁਕਮ ਦੇ ਵਿੱਚ ਹੀ ਹੁੰਦਾ, ਤੇ ਉਹ ਤੋਂ ਬਿਨਾਂ ਹੋਰ ਕੋਈ ਕਰ ਨਹੀਂ ਸਕਦਾ। ਮਹਾਰਾਜ ਦੱਸਦੇ ਕਹਿੰਦੇ ਪ੍ਰਥਮੇ ਮਾਤਾ ਜੀ ਪਤਰੀ ਚਲਾਵੋ, ਦੁਤੀਏ ਮਾਤਾ ਦੋਇ ਮਾਨਕ ਪਹੁੰਚਾਵੋ, ਤ੍ਰਿਤੀਏ ਮਾਤਾ ਕਿਛ ਕਰੋ ਪਾਇਆ, ਮੈਂ ਸਭ ਕੁਛ ਛਾੜ ਪ੍ਰਭ ਤੋਹਿ ਤੇ ਹੈ। ਮਹਾਰਾਜ ਕਹਿੰਦੇ ਵੀ ਆਪਾਂ ਮਾਲਕ ਨੂੰ ਹੀ ਧਿਆਉਣਾ, ਵੀ ਜਦੋਂ ਆਪਾਂ ਨੂੰ ਗੁਰੂ ਨੇ ਇਹੋ ਤਾਂ ਮੱਤ ਦਿੱਤੀ, ਇਹੋ ਤਾਂ ਸਮੱਤ ਹੈ ਵੀ ਜੋ ਹੁੰਦਾ ਮਾਲਕ ਦੇ ਹੁਕਮ ਤੋਂ ਬਿਨਾਂ ਤਾਂ ਹੁੰਦਾ ਨਹੀਂ। ਤੇ ਇਸ ਕਰਕੇ ਆਪਾਂ ਕਿਸੇ ਕਿਸਮ ਦੀ ਕੋਈ ਚਿੰਤਾ ਨਹੀਂ ਕਰਨੀ, ਅਚਿੰਤ ਅਵਸਥਾ 'ਚ ਰਹਿਣਾ। ਮਹਾਰਾਜ ਫਰਮਾਉਂਦੇ ਗੁਰ ਕਹਿਆ ਸਭ ਪ੍ਰਭ ਤੇ ਹੋਏ,
तब काढ़ा छोड़ चिंत हम सोई। बई हुण साडा मन है जिहड़ा वो कढ़दा नहीं, वो सोचां दे विच वो चिंता फिकरां च जाके दुखी नहीं हुंदा। जिवें हुण आपां नूं तां चिंता लगदी, फिकर लगदी, सोच सोच के सानूं रातां नूं नींद नहीं आउंदी। हुण गुरमुख ने जिहड़े वो कहंदे हुण साडा मन नहीं कटदा, क्योंकि सानूं भेद आ गया भी सारा कुछ जो करना मालक नहीं करना। ਉਹਦੇ हुक्म तो बिना, ਉਹਦੀ रजा तो बिना कुछ नहीं ਹੁੰਦਾ। जो होना वो हो के ही रहना, ਉਹਨੂੰ कोई बदल नहीं सकता। सो इस वास्ते गुरमुख ਜਿਹੜੇ ਉਹ मालक की रजा ਦੇ ਵਿੱਚ ਚੱਲਦੇ, हुक्म रजाई ਚੱਲਣਾ। नानक लिखिया नाल बई मालक की रजा ਦੇ ਵਿੱਚ ਚੱਲਣਾ, ਉਹਦੇ हुक्म ਦੇ ਵਿੱਚ ਚੱਲਣਾ, भी ਉਹਦੀ रजा तो बाहर नहीं जाती। भी जो होना है वो होना ही होना, तो साडे कहण दे नाल वो बदल नहीं जाना। सो इस वास्ते फिर बाबा कबीर जी कहते, कबीर झख ना झखीए तुमरो किहो ना होई, कर्म करीम जो कर रहे सो मेट ना सके कोई। भी साडे झख मारन दे नाल जां साडीआं सोचां सोचण दे नाल कुछ नहीं होना। भी जो मालक ने करना उन्होंने कोई मिटा नहीं सकता, उन्होंने कोई रोक नहीं सकता, होना ही होना तय। इस वास्ते फिर जिहड़े गुरमुख ओहदी रजा च चलते, वो कोई ये नहीं भी भजदे दौड़ते भी असीं आ चीज़ नूं बदल लीए, क्योंकि वो रजा दे विच ने, उहदे हुक्म दे विच उन्हां नूं कुछ भी बुरा नहीं लगदा। बुरा तां लगे जे उन्हां नूं दूजा कोई दिसे, उन्हां नूं सारा मालक ही तां दिसदा है, परमात्मा ही। भी सारिਆਂ दे अंदर तू बैठा है, जिन्ने भी घट ने सब तेरे ही ने। इहो महाराज सानू समझाउंदे, सब घट मेरे हो सबना अंदर। भी जिन्ने भी घट शरीर ने सारे मेरे ही ने, मैं सबना दे अंदर। हुण जे वो सबना दे अंदर है तो फिर बुरा की है? बुरा तो कुछ भी नहीं। इसे वास्ते जी महाराज कहते भी खालक तेरे विच ते तू खालक दे विच वस। भी असी तेरे विच हां, तू साडे विच वस। तो फिर मंदा किनूं आखीए, माड़ा किनूं आखीए? फरीदा खालक खालक मैं, खालक वसे रब माहे। मंदा किस नूं आखीए जां तुझ बिन कोई ना है। माड़ा तो मैं तां आखां जे तेरे तो बिना होर कोई होवे। किसी दी नखेदी जां किसी नूं बुरा तो मैं तां आखां जे तेरे तो बिना होर कोई होवे। जे किसी च औगण ने औगण भी तू ही दिते, जे किसी च गुण ने गुण भी तू ही दिते हुए। तेरा खेल है। सो जेड़े गुरमुख इस वास्ते चले गए, उन्होंने असीं दुखी नहीं कर सकते, उन्होंने असीं अशांत नहीं कर सकते। बेशक शरीर करके उन्होंने किन्नियां भी सजावां दित्तियां गईयां, चाहे गुरसिखां दे बंद बंद कट्टे गए, चाहे उन्होंने चरखड़ियां ते चढ़ाया गया, चाहे उन्होंने खोपड़ ला दिते गए, पर उन्होंने मन नूं अशांत ना कर सके, उन्होंने दुविधा च ना लिजा सके। क्यों? क्योंकि उन्होंने ब्रह्म का ज्ञान, उन्होंने ब्रह्म का ज्ञान होने करके उन्होंने मन च रोस नहीं है, उन्होंने अंदर दुविधा रत्ती भर भी नहीं, उन्होंने परथाई भी नहीं जिहड़े उन्होंने सज़ा दे रहे हैं, क्योंकि उन्होंने उन्होंने विच भी ब्रह्म ही दस। जे उन्होंने विच ब्रह्म ना दिसे फिर तो जीव भजदा आपदा बचा कर। आप देखते हैं ना भी एक छोटा जिहा कीड़ा भी
ਤੁਸੀਂ ਉਹਨੂੰ ਮਾਰਨ ਦੀ ਕੋਸ਼ਿਸ਼ ਕਰੋ, ਆਪਦੀ ਜਾਨ ਬਚਾਉਣ ਵਾਸਤੇ ਭੱਜਦਾ। ਹੁਣ ਉਹ ਗੁਰਮੁਖਾਂ ਦੇ ਵਿੱਚ ਐਸੀ ਕਿਹੜੀ ਅਵਸਥਾ ਹੈ ਉਹਨਾਂ ਵੀ ਉਹ ਅਡੋਲ ਹੋਏ ਬੈਠੇ, ਕੋਈ ਉਹਨਾਂ ਦਾ ਭੱਜਣ ਦਾ ਕੁਛ ਵੀ ਨਹੀਂ ਉਹਨਾਂ ਦਾ ਹੈ ਵੀ ਅਸੀਂ ਆਪਦਾ ਭੱਜੀਏ ਬਚਾ ਕਰੀਏ। ਸਗਾ ਤੇ ਉਹ ਆਪ ਤਿਆਰ ਨੇ ਵੀ ਜਿਵੇਂ ਭਾਈ ਮਣੀ ਸਿੰਘ ਜੀ ਨੂੰ ਜਦੋਂ ਬੰਦ ਕੱਟਣ ਦਾ ਉਹਨਾਂ ਨੇ ਫਤਵਾ ਸੁਣਾ ਦਿੱਤਾ, ਉਹ ਕੱਟਣ ਲੱਗੇ ਤੋਂ ਗੁੱਟ ਤੋਂ, ਤੇ ਉਹ ਕਹਿੰਦੇ ਪੋਟੇ ਪੋਟੇ ਤੋਂ, ਵੀ ਤੈਨੂੰ ਇੱਥੋਂ ਹੁਕਮ ਹੋਇਆ ਪੋਟੇ ਪੋਟੇ ਤੋਂ ਕੱਟਣ ਦਾ, ਤੇ ਫਿਰ ਤੂੰ ਉੱਥੋਂ ਸ਼ੁਰੂ ਕਰ। ਹੁਣ ਐਸੀ ਅਵਸਥਾ ਹੈ ਗੁਰਮੁਖ ਦੀ ਵੀ ਜਿਹਨੂੰ ਇਹ ਪਾਪ ਪੁੰਨ ਇੱਕ ਸਮਾਨ ਨਜ਼ਰ ਆਉਂਦੇ, ਉਹ ਉਹਨਾਂ ਨੂੰ ਗੁਣ ਤੇ ਔਗੁਣ ਇੱਕ ਸਮਾਨ ਨੇ ਇਸ ਅਵਸਥਾ ਦੇ ਵਿੱਚ ਜਾ ਕੇ, ਵੀ ਉਹਨਾਂ ਨੂੰ ਬੁਰਾ ਨਹੀਂ ਲੱਗਦਾ, ਨਾ ਹੀ ਉਹਨਾਂ ਦੇ ਅੰਦਰ ਕੋਈ ਰੋਸ ਪੈਦਾ ਹੁੰਦਾ, ਨਾ ਹੀ ਕੋਈ ਸ਼ਿਕਵਾ, ਨਾ ਹੀ ਕੋਈ ਗਿਲਾ ਹੈ ਕਿਸੇ ਨਾਲ। ਪਰਮਾਤਮਾ ਦੇ ਨਾਲ ਇੰਨਾ ਪਿਆਰ ਹੈ, ਇੰਨੀ ਪ੍ਰੀਤ ਹੈ, ਇਹਨੂੰ ਕਹਿੰਦੇ ਗੁਰਬਾਣੀ ਗੁਰੂ ਵਿੱਚ ਸੱਚੀ ਆਸ਼ਕੀ। ਵੀ ਇਹ ਆਸ਼ਕੀ, ਇਹ ਪਿਆਰ ਜਿਹੜਾ ਇਹ ਟੁੱਟਦਾ ਨਹੀਂ, ਇਹ ਖਤਮ ਨਹੀਂ ਹੁੰਦਾ। ਮਹਾਰਾਜ ਫਰਮਾਉਂਦੇ ਗੁਰਮੁਖ ਸੱਚੀ ਆਸ਼ਕੀ, ਜਿਤ ਪ੍ਰੀਤਮ ਸੱਚਾ ਪਾਈਏ, ਆਨ ਦਿਨ ਰਹੇ ਆਨੰਦ, ਨਾਨਕ ਸਹਿਜ ਸਮਾਈਏ। ਸੱਚਾ ਪ੍ਰੇਮ ਪਿਆਰ ਗੁਰਪੂਰੇ ਤੇ ਪਾਈਏ, ਕਬੂ ਨਾ ਹੋਵੇ ਭੰਗ, ਨਾਨਕ ਹਰ ਗੁਣ ਗਾਈਏ। ਵੀ ਇਹ ਗੁਰਮੁਖਾਂ ਦੀ ਆਸ਼ਕੀ, ਇਹ ਸੱਚੇ ਆਸ਼ਕ ਨੇ, ਇਹਨਾਂ ਦੀ ਆਸ਼ਕੀ, ਇਹਨਾਂ ਦਾ ਪਿਆਰ ਆਖਰੀ ਸਵਾਸਾਂ ਤੱਕ ਨਿਭ ਜਾਂਦਾ ਹੈ। ਇਹ ਪਿਆਰ ਟੁੱਟਦਾ ਹੀ ਨਹੀਂ, ਇਹ ਆਸ਼ਕੀ ਟੁੱਟਦੀ ਹੀ ਨਹੀਂ। ਸੋ ਇਸ ਵਾਸਤੇ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਆਸ਼ਕ ਬਣਨਾ ਹੈ ਤਾਂ ਐਸੇ ਵੀ ਮਾਲਕ ਦੇ ਨਾਲ ਪ੍ਰੀਤ, ਉਹਦੇ ਨਾਲ ਪਿਆਰ ਪਾਓ। ਉਹਦੇ ਨਾਲ ਪਿਆਰ ਪਾਇਆ ਹੋਏਗਾ ਤੇ ਸਰੀਰ ਦੀ ਕਿੱਦਾਂ ਦੀ ਵੀ ਹਾਲਤ ਹੋ ਜੇ, ਪਿਆਰ ਟੁੱਟਦਾ ਨਹੀਂ। ਇਹ ਪਿਆਰ ਇਹਦੇ ਵਿੱਚ ਭੰਗ ਨਹੀਂ ਪੈਂਦੀ, ਇਹ ਪਿਆਰ ਵੱਧਦਾ ਹੀ ਜਾਂਦਾ ਹੈ, ਘਟਦਾ ਨਹੀਂ, ਇਹ ਖਤਮ ਨਹੀਂ ਹੁੰਦਾ। ਇਹ ਪਿਆਰ ਕਿਸੇ ਦੇ ਤੋੜਿਆਂ ਹੋਇਆਂ ਤੋਂ ਟੁੱਟਦਾ ਨਹੀਂ, ਕਿਸੇ ਦੇ ਅੰਦਰ ਦੁਬਦਾ ਪਾਇਆਂ ਤੋਂ ਇਹ ਖਤਮ ਨਹੀਂ ਹੁੰਦਾ। ਜਿਵੇਂ ਇੱਕ ਦਾ ਸੰਸਾਰ ਦਾ ਹੁੰਦਾ ਨਾ ਪਿਆਰ, ਉਹ ਤਾਂ ਟੁੱਟ ਜਾਂਦਾ। ਕਈ ਵਾਰੀ ਆਪਾਂ ਨੂੰ ਕੋਈ ਐਸੀ ਗੱਲ ਸੁਣਾ ਦਿੰਦਾ, ਉਹ ਅਸੀਂ ਦੁਬਦਾ ਦੇ ਵਿੱਚ ਆ ਕੇ ਉਹ ਤਾਂ ਖਤਮ ਹੋ ਜਾਂਦਾ। ਉਹੀ ਉਹ ਪਿਆਰ ਨਫ਼ਰਤ ਬਣ ਜਾਂਦਾ, ਉਹਦੇ ਵਿੱਚ ਈਰਖਾ ਦੁਬਦਾ ਪੈਦਾ ਹੋ ਜਾਂਦੀ। ਹੁਣ ਇਹ ਮਾਲਕ ਦੇ ਨਾਲ ਜਿਹੜਾ ਪਿਆਰ, ਇਹ ਕੋਈ ਤੋੜ ਨਹੀਂ ਸਕਦਾ। ਮਾਰੇ ਤਾਈਓ ਫਰਮਾਉਂਦੇ ਮੂਲ ਲਾਲਨ ਸਿਉ ਪ੍ਰੀਤ ਬਣੀ, ਤੋੜੀ ਨਾ ਟੂਟੇ ਛੋੜੀ ਨਾ ਛੂਟੇ, ਐਸੀ ਮਾਧੋ ਖਿੰਚਤਨ। ਵੀ ਐਸੀ ਪ੍ਰੀਤ, ਐਸਾ ਮਾਲਕ ਦੇ ਪਿਆਰ ਦੀ ਖਿੱਚ ਜਿਹੜੀ ਕਿਸੇ ਦੇ ਤੋੜਿਆਂ ਤੋਂ ਟੁੱਟਦੀ ਨਹੀਂ। ਚਾਹੇ ਉਹਨਾਂ ਦੇ ਸਰੀਰ ਦੀ ਕਿੱਦਾਂ ਦੀ ਵੀ ਹਾਲਤ ਹੋ ਗਈ, ਚਾਹੇ ਕਿੰਨੇ ਵੀ ਤਸੀਹੇ ਦਿੱਤੇ ਗਏ। ਆਪਾਂ ਸਾਰੇ ਕਿਵੇਂ ਇਤਿਹਾਸ ਦੇ ਵਿੱਚ ਜਾਣਦੇ ਹਾਂ, ਪੜ੍ਹਦੇ ਹਾਂ, ਸੁਣਦੇ ਹਾਂ ਵੀ ਉਹਨਾਂ ਸਿੰਘਾਂ ਸਿੰਘਣੀਆਂ ਵੀ ਜਿਨ੍ਹਾਂ ਨੇ ਬੰਦ ਕਟਾਏ, ਖੋਪੜੀਆਂ ਲਹਾਈਆਂ, ਚਰਖੜੀਆਂ 'ਤੇ ਚੜ੍ਹੇ, ਅਤੇ ਜਿਨ੍ਹਾਂ ਮਾਈਆਂ ਨੇ ਆਪਣੇ ਬੱਚਿਆਂ ਦੇ ਟੋਟੇ ਕਰਕੇ ਵੀ ਝੋਲੀਆਂ ਦੇ ਵਿੱਚ ਪਵਾ ਲਏ ਅਤੇ ਸੀ ਤੱਕ ਨਹੀਂ ਉੱਚਿਆ, ਵੀ ਉਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਆਪਾਂ ਕਹਿੰਦੇ ਵੀ ਵਾਹਿਗੁਰੂ ਬੋਲੋ। ਹੁਣ ਉਹਨਾਂ ਦੀ ਐਸੀ ਕਿਹੜੀ ਕਮਾਈ, ਐਸਾ ਕਿਹੜਾ ਗਿਆਨ ਹੈ, ਕਿਹੜੀ ਅਵਸਥਾ ਵੀ ਜਿੱਥੇ ਜਾ ਕੇ ਉਹਨਾਂ ਨੂੰ ਮਾੜਾ ਲੱਗਦਾ ਹੀ ਨਹੀਂ। ਉਹਨਾਂ ਨੂੰ ਇਹ ਗੁਣ ਤੇ ਔਗਣ ਇੱਕ ਸਮਾਨ ਹੀ ਲੱਗਦੇ, ਪਾਪ ਪੁੰਨ ਇੱਕ ਸਮਾਨ। ਉਹ ਹੈ ਫਿਰ ਜਿੱਥੇ ਸਾਨੂੰ ਸਤਿਗੁਰੂ ਲੈ ਕੇ ਜਾਣਾ ਚਾਹੁੰਦੇ। ਉਹਨੂੰ ਕਹਿੰਦੇ ਚੌਥਾ ਪਦ,
ਉਹਨੂੰ ਕਹਿੰਦੇ ਨਿਰਵਾਣ ਪਦ। ਬਈ ਜਿੱਥੇ ਕਿਸੇ ਕਿਸਮ ਦੀ ਕੋਈ ਵਾਸ਼ਨਾ ਨਹੀਂ, ਕੋਈ ਤ੍ਰਿਸ਼ਨਾ ਨਹੀਂ, ਕੋਈ ਸਹਿੰਸਾ, ਕੋਈ ਰੋਸ ਨਹੀਂ ਹੈ, ਵੀ ਤੁਸੀਂ ਉਹ ਅਵਸਥਾ ਦੇ ਵਿੱਚ ਆਓ, ਉੱਥੇ ਆਓ। ਅਤੇ ਉੱਥੇ ਤਾਂ ਹੀ ਪਹੁੰਚ ਸਕਦੇ ਹਾਂ ਜੇ ਸੰਸਾਰ ਦਾ ਅਸੀਂ ਦੁੱਖ ਸੁੱਖ, ਪਾਪ ਪੁੰਨ, ਖੁਸ਼ੀ ਗਮੀ ਇਹਨੂੰ ਸਮ ਕਰਕੇ ਚੱਲਾਂਗੇ। ਮਾਣ ਅਪਮਾਨ, ਹਰਖ ਸੋਗ ਇਹਨੂੰ ਬਰਾਬਰ ਕਰਕੇ ਚੱਲਾਂਗੇ। ਮਹਾਰਾਜ ਕਹਿੰਦੇ ਉਸਤਤ ਨਿੰਦਾ ਇਹਨੂੰ ਤਿਆਗਾਂਗੇ। ਰਾਈਆਂ ਫਰਮਾਉਂਦੇ ਉਸਤਤ ਨਿੰਦਾ ਦਉ ਤਿਆਗੇ, ਖੋਜੇ ਪਦ ਨਿਰਵਾਨਾ। ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਬਈ ਇਹ ਖੇਲ ਤਾਂ ਕਠਨ ਹੈ, ਪਰ ਗੁਰੂ ਦੀ ਮੱਤ ਲੈ ਕੇ ਅਸੀਂ ਇਹ ਖੇਲ ਨੂੰ ਸਮਝ ਸਕਦੇ। ਉਸਤਤ ਨਿੰਦੇ ਆ, ਇਹਨਾਂ ਨੂੰ ਛੱਡ ਦਈਏ, ਇਹਨਾਂ ਤੋਂ ਉੱਪਰ ਉੱਠ ਜਾਈਏ, ਅਤੇ ਫਿਰ ਅਸੀਂ ਨਿਰਵਾਣ ਪਦ ਤੱਕ ਪਹੁੰਚ ਸਕਦੇ। ਹੁਣ ਇਸੇ ਅਵਸਥਾ 'ਚ ਹੀ ਉਹ ਗੁਰਮੁਖ ਪਹੁੰਚੇ। ਗੁਰੂ ਸਾਹਿਬ ਨੇ ਉਹਨਾਂ ਗੁਰਸਿੱਖਾਂ ਨੂੰ ਇਹ ਅਵਸਥਾ 'ਚ ਪਹੁੰਚਾਇਆ ਹੋਇਆ ਸੀ, ਇੱਥੇ ਗੁਰਮੁਖ ਪਹੁੰਚੇ ਹੋਏ ਸੀ। ਤਾਈਆਂ ਉਹਨਾਂ ਨੇ ਫਿਰ ਹੱਸ ਹੱਸ ਕੇ ਸ਼ਹਾਦਤਾਂ ਦਿੱਤੀ। ਉਹਨਾਂ ਦੇ ਮਨ 'ਚ ਕੋਈ ਰੋਸ ਨਹੀਂ ਸੀ, ਕੋਈ ਗਿਲਾ, ਕੋਈ ਸ਼ਿਕਵਾ ਨਹੀਂ। ਜਿਵੇਂ ਹੁਣ ਸੰਸਾਰ ਦੇ ਵਿੱਚ ਤਾਂ ਜੀਵ ਮਰਨ ਤੋਂ ਡਰਦਾ ਅਤੇ ਉਹ ਭੱਜਦਾ ਵੀ ਮੈਂ ਮੌਤ ਤੋਂ ਬਚ ਜਾਂ। ਅਤੇ ਜਿਹੜੇ ਗੁਰਮੁਖ ਉਹਨਾਂ ਦੇ ਅੰਦਰ ਚਾਅ ਹੁੰਦਾ, ਉਹਨਾਂ ਦੇ ਅੰਦਰ ਖੁਸ਼ੀ ਹੁੰਦੀ ਆਪਦੇ ਘਰ ਨੂੰ ਜਾਣ ਦੀ, ਵੀ ਅਸੀਂ ਤਾਂ ਆਪਦੇ ਘਰ ਜਾਣਾ, ਮਾਲਕ ਦੇ ਵਿੱਚ ਸਮਾਉਣਾ, ਅਤੇ ਤਾਂ ਕਿ ਮੁੜ ਕੇ ਦੁਬਾਰਾ ਇੱਧਰ ਆਉਣਾ ਨਾ ਪਵੇ ਵਾਪਸ। ਇਸੇ ਵਾਸਤੇ ਜੀ ਮਹਾਰਾਜ ਕਹਿੰਦੇ ਕਬੀਰ ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਏ ਪੂਰਨ ਪਰਮਾਨੰਦ। ਬਈ ਸਾਰਾ ਜੱਗ ਜਿਹੜਾ ਮਰਨ ਤੋਂ ਡਰਦਾ ਹੈ, ਅਤੇ ਗੁਰਮੁਖਾਂ ਦੇ ਮਨ 'ਚ ਚਾਅ ਹੈ ਵੀ ਕਦੋਂ ਅਸੀਂ ਆਪਦੇ ਘਰ ਚਲੇ ਜਾਈਏ, ਕਿਉਂਕਿ ਉਹਨਾਂ ਨੇ ਆਪਦਾ ਘਰ ਦੇਖਿਆ, ਇਹ ਤੋਂ ਉੱਪਰ ਉੱਠੇ ਹੋਏ ਮੌਤ ਤੋਂ। ਜੀਵ ਮਰਨ ਤੋਂ ਡਰਦਾ, ਅਤੇ ਉਹਨਾਂ ਨੂੰ ਪਤਾ ਵੀ ਮੌਤ ਹੈ ਜਿਹੜੀ ਇਹ ਜਨਮ ਮਰਨ, ਵੀ ਇਹ ਇੱਕ ਭਰਮ ਹੈ। ਉਹਨਾਂ ਦਾ ਭਰਮ ਜਿਹੜਾ ਇਹ ਖਤਮ ਹੋ ਗਿਆ। ਉਹਨਾਂ ਦੀ ਲਿਵ ਸੀ ਜਿਹੜੀ ਉਹ ਮਾਲਕ ਦੇ ਨਾਲ ਲੱਗ ਗਈ, ਸੱਚ ਦੇ ਨਾਲ। ਮਹਾਰਾਜ ਫਰਮਾਉਂਦੇ ਜਨਮ ਮਰਨ ਕਾ ਭਰਮ ਗਿਆ, ਗੋਬਿੰਦ ਲਿਵ ਲਾਗੀ। ਜੀਵਤ ਸੁਨ ਸਮਾਨਿਆ ਗੁਰ ਸਾਖੀ ਜਾਗੀ। ਵੀ ਉਹਨਾਂ ਦਾ ਭਰਮ ਸੀ ਜਿਹੜਾ ਜਨਮ ਮਰਨ ਦਾ, ਇਹ ਖਤਮ ਹੋ ਗਿਆ। ਉਹ ਆਪਦੇ ਘਰ ਚਲੇ ਗਏ, ਮਾਲਕ ਦੇ ਨਾਲ ਉਹਨਾਂ ਦੀ ਲਿਵ ਲੱਗ ਗਈ। ਹੁਣ ਮਾਲਕ ਦੇ ਨਾਲ ਜੇ ਸਾਡੀ ਲਿਵ ਲੱਗ ਗਈ, ਅਤੇ ਫਿਰ ਇਹ ਅਵਸਥਾ ਬਣਨੀ ਵੀ ਸਾਡਾ ਮਨ ਇਹਨਾਂ ਤਿੰਨਾਂ ਗੁਣਾਂ ਤੋਂ, ਇੱਧਰ ਦੁੱਖਾਂ ਸੁੱਖਾਂ ਤੋਂ ਫਿਰ ਉੱਪਰ ਉੱਠ ਜਾਂਦਾ। ਹਰਖ ਸੋਗ, ਖੁਸ਼ੀ ਗਮੀ ਤੋਂ ਉੱਪਰ ਉੱਠ ਜਾਂਦਾ। ਫਿਰ ਇਹਨੂੰ ਇੱਕ ਸਮਾਨ, ਉਹ ਅਵਸਥਾ ਸਹਿਜ ਅਵਸਥਾ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖਾਂ ਅੰਤਰ ਸਹਿਜ ਹੈ, ਮਨ ਚੜ੍ਹਿਆ ਦਸਵੇਂ ਆਕਾਸ਼। ਤਿੱਥੇ ਊਂਘ ਨਾ ਭੁੱਖ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਨਕ ਦੁੱਖ ਸੁਖ ਵਿਆਪਤ ਨਾਹੀਂ, ਜਿੱਥੇ ਆਤਮ ਰਾਮ ਪ੍ਰਗਾਸ। ਬਈ ਉੱਥੇ ਆਤਮਾ ਦਾ ਪ੍ਰਕਾਸ਼ ਹੈ, ਅਤੇ ਉੱਥੇ ਦੁੱਖ ਸੁੱਖ ਵਿਆਪਦਾ ਨਹੀਂ ਸਾਡੇ ਮਨ। ਉੱਥੇ ਇਹਨੂੰ ਪਾਪ ਪੁੰਨ ਨਹੀਂ ਲੱਗਦਾ, ਉੱਥੇ ਇਹਨੂੰ ਗੁਣ ਉਗਣ ਨਹੀਂ ਲੱਗਦੀ, ਉੱਥੇ ਇਹਨੂੰ ਸੁੱਖ ਦੁੱਖ ਨਹੀਂ ਲੱਗਦਾ। ਇਹ ਸਭ ਤੋਂ ਉੱਪਰ ਚਲਾ ਗਿਆ। ਇਹ ਇੱਕ ਵਿਚਾਰ ਨੇ, ਦੁੱਖ ਸੁੱਖ, ਪਾਪ ਪੁੰਨ। ਅਤੇ ਉਹਨਾਂ ਗੁਰਮੁਖਾਂ ਨੇ ਹਰੀ ਦੇ ਤੱਤ ਨੂੰ ਜਾਣ ਲਈ, ਜਿਹਨੂੰ ਹਰ ਤੱਤ ਕਹਿੰਦੇ ਨਾਮ, ਉਹਦੇ ਨਾਲ ਜੁੜਨ ਕਰਕੇ
ਇਹ ਪਾਪ ਪੁੰਨ ਸੀ ਜਿਹੜੇ ਥੱਲੇ ਰਹਿ ਗਏ, ਇਹਨਾਂ ਤੋਂ ਉੱਪਰ ਜਾ ਵੜੇ। ਹੁਣ ਆਪਾਂ ਨੂੰ ਵੀ ਫਿਰ ਕਹਿੰਦੇ ਵੀ ਤੁਸੀਂ ਇਹਨਾਂ ਤੋਂ ਉੱਪਰ ਉੱਠੋ, ਅਤੇ ਉੱਪਰ ਉੱਠਣ ਵਾਸਤੇ ਸ਼ਬਦ ਦੀ ਕਮਾਈ ਕਰੋ, ਸਿਮਰਨ ਕਰੋ, ਅਤੇ ਨਾਲ ਨਾਲ ਮਨ ਨੂੰ ਗੁਰੂ ਦੀ ਮੱਤ ਦੇਵੋ, ਗਿਆਨ ਤੋਂ। ਹੁਣ ਸਾਡਾ ਜਿਹੜਾ ਮਨ ਹੈ ਸਹਿਜ ਦੇ ਵਿੱਚ ਕਿਵੇਂ ਜਾਵੇ, ਕਿਵੇਂ ਆਪਣੇ ਘਰ ਜਾਵੇ, ਉਹਦੇ ਵਾਸਤੇ ਫਿਰ ਸਾਨੂੰ ਇੱਕ ਤਾਂ ਇਹ ਸਿਮਰਨ ਦੱਸਦੇ ਅਤੇ ਦੂਸਰਾ ਗੁਰੂ ਦੀ ਮੱਤ ਵੀ ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨੋ, ਬਈ ਜੋ ਕਰ ਰਿਹਾ ਉਹੀਓ ਸਾਡੇ ਵਾਸਤੇ ਭਲਾ, ਜਿੱਥੇ ਉਹਨੇ ਰੱਖਿਆ ਸਾਨੂੰ ਉਹੀਓ ਸਾਡੇ ਵਾਸਤੇ ਭਲਾ। ਜਿੱਥੇ ਉਹਨੇ ਰੱਖਿਆ ਉਹਨੇ ਪਹਿਲਾਂ ਵੀ ਭਲਾ ਹੀ ਕੀਤਾ, ਹੁਣ ਵੀ ਭਲਾ ਹੀ ਕਰਦਾ, ਅਤੇ ਉਹ ਅੱਗੇ ਵੀ ਸਾਡਾ ਭਲਾ ਹੀ ਕਰੇਗਾ। ਜੇ ਅਸੀਂ ਐਸੀ ਅਵਸਥਾ 'ਚ ਮਨ ਨੂੰ ਲੈ ਆਵਾਂਗੇ, ਫਿਰ ਅਸੀਂ ਸਹਿਜ ਵਿੱਚ ਚਲੇ ਜਾਵਾਂਗੇ, ਆਪਦੇ ਘਰ ਚਲੇ ਜਾਵਾਂਗੇ। ਮਾਰੇ ਫਰਮਾਉਂਦੇ ਗੁਰ ਸ਼ਬਦੀ ਤਰੀਏ, ਬੌਰ ਨਾ ਮਰੀਏ, ਚੁਕੇ ਆਵਣ ਜਾਣਾ, ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ। ਸਾਨੂੰ ਕਹਿੰਦੇ ਵੀ ਸਾਡਾ ਮਨ ਸਹਿਜ ਵਿੱਚ ਤਾਂ ਸਮਾਏਗਾ, ਤਾਂ ਸਹਿਜ ਵਿੱਚ ਜਾਏਗਾ, ਜੋ ਮਾਲਕ ਕਰ ਰਿਹਾ ਉਹਨੂੰ ਅਸੀਂ ਭਲਾ ਭਲਾ ਕਰਕੇ ਮੰਨਾਂਗੇ। ਜੇ ਅਸੀਂ ਰੋਸ ਕਰਾਂਗੇ, ਆਪਦੀ ਮੱਤ ਵਰਤਾਂਗੇ ਵੀ ਐਂ ਨਹੀਂ, ਐਂ ਹੋਣਾ ਚਾਹੀਦਾ, ਐਂ ਕਾਹਤੋਂ ਹੋਇਆ, ਬੜਾ ਮਾੜਾ ਹੋਇਆ, ਫਿਰ ਸਾਡਾ ਮਨ ਸਹਿਜ ਵਿੱਚ ਨਹੀਂ ਜਾ ਸਕਦਾ, ਫਿਰ ਇਹ ਆਪਣੇ ਘਰ ਨਹੀਂ ਜਾ ਸਕਦਾ, ਫਿਰ ਇਹਨੇ ਹੋਰ ਦੁਖੀ, ਹੋਰ ਇਹਨੇ ਅਸ਼ਾਂਤ ਹੋਈ ਜਾ। ਸਾਨੂੰ ਫਿਰ ਸੰਤ ਸਾਧੂ ਜਨ ਇਹੀਓ ਸਮੱਤ ਦਿੰਦੇ, ਗੁਰੂ ਸਾਹਿਬ ਸਾਨੂੰ ਇਹੀਓ ਸਮੱਤ ਦਿੰਦੇ ਬਈ ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ, ਸੱਤ ਸੱਤ ਕਰਕੇ ਮੰਨਣਾ, ਰੋਜ਼ ਰੱਤੀ ਭਰ ਨਹੀਂ ਕਰਨਾ। ਮਾਰੇ ਤਾਈਓ ਫਰਮਾਉਂਦੇ ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮੱਤ ਸਾਧੂ 'ਤੇ ਪਾਈ। ਇਹਨੂੰ ਸਮੱਤ ਕਹਿੰਦੇ, ਗੁਰੂ ਦੀ ਮੱਤ, ਵੀ ਜੋ ਮਾਲਕ ਕਰਦਾ ਉਹਨੂੰ ਭਲਾ ਭਲਾ ਕਰਕੇ ਮੰਨਣਾ। ਵੀ ਚਾਹੇ ਸੰਸਾਰੀ ਦੁੱਖ ਆ ਗਿਆ, ਚਾਹੇ ਸੁੱਖ ਆ ਗਿਆ, ਇਹਨਾਂ ਨੂੰ ਸਮ ਕਰਕੇ ਚੱਲਣਾ ਅਤੇ ਧਿਆਉਣਾ ਮਾਲਕ ਨੂੰ ਹੀ ਹੈ, ਸਿਮਰਨ ਉਹਦਾ ਹੀ ਕਰਨਾ। ਮਾਰੇ ਫਰਮਾਉਂਦੇ ਦੁੱਖ ਸੁੱਖ ਪਿਆਰੇ, ਤੁਧ 'ਤੇ ਆਈ, ਇਹ ਸਮੱਤ ਗੁਰੂ 'ਤੇ ਪਾਈ। ਵੀ ਇਹਨੂੰ ਸਮੱਤ ਕਹਿੰਦੇ, ਗੁਰੂ ਦੀ ਮੱਤ, ਬਈ ਦੁੱਖਾਂ ਸੁੱਖਾਂ ਦੇ ਵਿੱਚ ਮਾਲਕ ਨਹੀਂ ਧਿਆਉਣਾ ਅਤੇ ਇਹਨਾਂ ਨੂੰ ਸਮ ਕਰਕੇ ਚੱਲੇ। ਦੁੱਖਾਂ ਦੇ ਵਿੱਚ ਇਹ ਨਹੀਂ ਵੀ ਅਸੀਂ ਰੋਣ ਬੈਠ ਜੀ, ਅਸੀਂ ਰੋਸੇ ਕਰਨ ਬੈਠ ਜੀ, ਅਸੀਂ ਲਾਂਭੇ ਦੇਣ ਲੱਗ ਜੀ। ਖੁਸ਼ੀ ਦੇ ਵਿੱਚ ਇਹ ਨਹੀਂ ਵੀ ਅਸੀਂ ਇੰਨਾ ਹੀ ਖੁਸ਼ੀ ਦੇ ਵਿੱਚ ਫੁੱਲੇ ਸਮਾਈਏ ਨਾ ਅਤੇ ਮਾਲਕ ਨੂੰ ਭੁੱਲ ਜਾਈਏ, ਉਹਦਾ ਸਿਮਰਨ ਨਹੀਂ ਕਰਨਾ ਛੱਡ ਦਿੱਤੀ। ਇੱਕੋ ਜਿਹਾ ਬਰਾਬਰ, ਇਹਨੂੰ ਕਹਿੰਦੇ ਸਮ ਕਰਕੇ। ਹੁਣ ਜਿਹਨੇ ਦੁੱਖਾਂ ਸੁੱਖਾਂ ਨੂੰ ਸਮ ਕਰ ਲਿਆ, ਬਰਾਬਰ ਕਰਕੇ ਚੱਲਦਾ ਹੈ, ਉਹ ਸਦਾ ਸੁਖੀ ਰਹਿੰਦਾ। ਜਿਹੜਾ ਹੁਣ ਇਹ ਖੁਸ਼ੀ ਕਮੀ 'ਚ ਜ਼ਿਆਦਾ ਜਾਂਦਾ ਹੈ, ਅਤੇ ਜਿੰਨੀ ਖੁਸ਼ੀ ਮਨਾਉਂਦਾ ਹੈ ਓਨਾ ਹੀ ਦੁੱਖ ਵੀ ਵੱਧ ਹੁੰਦਾ। ਸੰਸਾਰੀ ਆਪਾਂ ਦੇਖਦੇ ਵੀ ਖੁਸ਼ ਵੀ ਬਹੁਤ ਹੁੰਦਾ, ਅਤੇ ਫਿਰ ਦੁੱਖ ਜਦੋਂ ਲੱਗਦਾ ਫਿਰ ਦੁੱਖ ਵੀ ਉਦੋਂ ਡਾਢਾ ਲੱਗਦਾ, ਫਿਰ ਦੁਖੀ ਵੀ ਬਹੁਤ ਹੁੰਦਾ, ਫਿਰ ਰੋਂਦਾ ਵੀ ਬਹੁਤ। ਸੋ ਜਿਹੜੇ ਗੁਰਮੁਖ ਗੁਰੂ ਦੀ ਮੱਤ ਇਹ ਦਿੰਦੇ ਵੀ ਇਹਨਾਂ ਦੁੱਖਾਂ ਸੁੱਖਾਂ ਨੂੰ ਸਮ ਕਰਕੇ ਚੱਲਣ। ਫਿਰ ਜਦੋਂ ਅਸੀਂ ਐਸੀ ਅਵਸਥਾ ਚੱਲਾਂਗੇ, ਇਹਨੂੰ ਸਮੱਤ ਕਹਿੰਦੇ, ਅਤੇ ਫਿਰ ਸਾਡਾ ਮਨ ਸਹਿਜ ਵਿੱਚ ਜਾਏਗਾ, ਫਿਰ ਇਹ ਆਪਣੇ ਘਰ ਜਾਏਗਾ। ਜੇ ਅਸੀਂ ਰੋਸ ਕਰਾਂਗੇ, ਆਪਦੀ ਮੱਤ ਵਰਤਾਂਗੇ, ਅਤੇ ਸਾਡੀ ਮੱਤ ਹੀ ਸਾਨੂੰ ਘਰ ਨਹੀਂ ਜਾਣ ਦਿੰਦੀ। ਸਾਡੀ ਮੱਤ ਹੀ ਸਾਨੂੰ ਦੁੱਖਾਂ 'ਚ ਰੱਖਦੀ, ਸਾਨੂੰ ਭਰਮ 'ਚ ਰੱਖਦੀ। ਅਤੇ ਜਦੋਂ ਅਸੀਂ ਗੁਰੂ ਦੀ ਮੱਤ ਲੈ ਲਾਂਗੇ,
तो फिर साडा भरम खत्म हो जाएगा। इस वास्ते फिर आपां नूं समझाउंदे भी गुरु की मत लैण वास्ते फिर ये आपां सिमरन करदे हां, ताकि साडी जिहड़ी मत अपनी ये खत्म हो जाए, सानूं गुरु ते सतगुरु की मत आ जाए। साडा जिहड़ा मन है ये भी इस वास्ते चला जावे भी इहनूं भी गुण ते औगण एक समान, पाप पुन एक समान लगन लग जाण, इन्हां तो उपर उठ जाए। इहनूं खुशी गमी जिहड़ी एक समान, मान अपमान एक समान, भी इन्हां तो उपर उठ जाए। जिहड़ा इन्हां दे विच ते उहनूं कहिंदे भी वो सेवक नहीं हो सकदा परमात्मा तो। मान अभिमान मधे सो सेवक ना है, भी वो तो सेवक नहीं है जिन्हों मान ते अपमान लगत, भी इहने मेरी बेइज्जती करती, इहने मैनू माड़ा मान दे दिता। वो इन्हां तो उपर मान अपमान तो, हरख सोग तो, पाप पुन तो, गुण उगणा तो। सो इहो हुण आपां नूं सच्चे पातशाह समझाउंदे भी ये सारा कुछ विचारां दे विच, भरम दे विच। जदों हुण असीं विचारां तो, फौरनिਆਂ तो मन नूं उपर ਠਾਲਾਂਗੇ तो ये सारे काशे तो उपर ਚੱਲਾਂਗੇ। हुण विचारां तो उपर ਠਾਉਣ वास्ते सानूं सिमरन करना पैना, गुरु के शब्द नूं आसरा देना पैना। जदों असीं सिमरन अभ्यास करांगे, ये मन नूं आसरा देवांगे, फिर ये साडा मन इन्हां तो उपर उठेगा। भाइयों सानूं महाराज उदाहरण दे के समझाउंदे, ज्यों मंदिर को थामे थमन ते गुर का शब्द मने अस्थमन। बई जिवें गुरु दा शब्द है जिहड़ा ये साडे मन नूं आसरा दिंदा, थम लाउंदा। जिवें आपां घर बनाउने आ, थल्ले थम ला दिंदे आसरा, इस तरह ही इहनूं मन नूं शब्द आसरा दो। जदों इहनूं शब्द आसरा देवांगे फिर इन्हां तो उपर उठेगा। आओ हुण किवें असीं मन नूं शब्द आसरा देना, उहदे वास्ते जो महाराज आपां नूं सवास गिरास सिमरन अभ्यास दस रहे ने। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਆਪਾਂ ਇਹ ਅਭਿਆਸ ਕਰਦੇ ਨਾਲ ਨਾਲ ਮਨ ਨੂੰ ਗੁਰੂ ਦੀ ਮੱਤ ਦਿੰਦੇ ਹਾਂ, ਗਿਆਨ ਦਿੰਦੇ, ਫਿਰ ਸਾਡਾ ਮਨ ਆਪਣਾ ਵਸ ਵਿੱਚ ਆਉਂਦਾ ਅਤੇ ਫਿਰ ਇਹ ਘਰ ਬਹਿੰਦਾ ਸਹਿਜ ਘਰ ਦੇ ਵਿੱਚ। ਮਹਾਰਾਜ ਤਾਈਓਂ ਫਰਮਾਉਂਦੇ ਮਨੁਆ ਕਿਉਂ ਘਰ ਵਸ ਆਵੇ, ਗੁਰ ਪ੍ਰਸਾਦੀ ਠਾਕੀਏ ਗਿਆਨ ਮਤੀ ਘਰ ਆਵੇ। ਗਿਆਨ ਦੀ ਮੱਤ, ਗੁਰੂ ਦੀ ਮੱਤ ਦੇ ਕੇ ਇਹਨੂੰ ਅਸੀਂ ਘਰ ਬਿਠਾ ਸਕਦੇ ਹਾਂ, ਘਰ ਲੈ ਕੇ ਜਾ ਸਕਦੇ। ਹੁਣ ਜਿਹੜੇ ਗੁਰਮੁਖ ਫਿਰ ਘਰ ਬੈਠ ਗਏ ਉਹ ਇਹਨਾਂ ਤੋਂ ਉੱਪਰ ਉੱਠ ਗਏ, ਗੁਣਾ ਔਗੁਣਾ ਤੋਂ, ਪਾਪ ਪੁੰਨ ਤੋਂ, ਖੁਸ਼ੀ ਗਮੀ ਤੋਂ, ਹਰਖ ਸੋਗ ਤੋਂ। ਫਿਰ ਉਹਨਾਂ ਦਾ ਮਨ ਹੈ ਜਿਹੜਾ ਉਹ ਕੱਢਦਾ ਨਹੀਂ, ਉਹ ਦੁਖੀ ਨਹੀਂ ਹੁੰਦਾ, ਉਹ ਸ਼ਾਂਤ ਨਹੀਂ ਹੁੰਦਾ, ਰਹਿੰਦੇ ਸੰਸਾਰ ਦੇ ਵਿੱਚ ਹੀ ਨਹੀਂ, ਪਰਿਵਾਰਾਂ ਦੇ ਵਿੱਚ ਹੀ ਰਹਿੰਦੇ। ਹੁਣ ਆਮ ਜੀਵਨ ਨੂੰ ਚਿੰਤਾ ਹੁੰਦੀ, ਪਰਿਵਾਰ ਦੀ, ਬੱਚਿਆਂ ਦੀ, ਉਹਨਾਂ ਦੀ ਪੜ੍ਹਾਈ ਲਿਖਾਈ ਦੀ, ਕਿੰਨੀਆਂ ਚਿੰਤਾ, ਕਿੰਨੇ ਫਿਕਰ। ਉਹ ਇਹਨਾਂ ਸੈਂਸੇ ਫਿਕਰਾਂ ਦੇ ਵਿੱਚ ਦਿਨ ਰਾਤ ਦੁਖੀ ਹੋਈ ਜਾਂਦੀ, ਕਰ ਕੁਛ ਵੀ ਨਹੀਂ ਸਕਦੇ, ਦੁਖੀ ਹੋ ਰਹੇ ਨੇ। ਹੁਣ ਜਿਹੜੇ ਗੁਰਮੁਖ ਨੇ ਉਹ ਫਿਰ ਦੁਖੀ ਨਹੀਂ ਹੁੰਦੇ, ਉਹਨਾਂ ਦੇ ਮਨ ਦੀ ਅਵਸਥਾ ਹੈ, ਕਿਉਂਕਿ ਉਹਨਾਂ ਦਾ ਮਨ ਅਡੋਲ ਹੈ, ਸਥਿਰ। ਕਰਦੇ ਉਹ ਵੀ ਨੇ, ਇਹ ਨਹੀਂ ਵੀ ਉਹ ਆਪਦੇ ਬੱਚਿਆਂ ਨੂੰ ਜਾਂ ਘਰ-ਬਾਰ ਨੂੰ ਛੱਡ ਕੇ ਚਲੇ ਜਾਂਦੇ, ਕਰਦੇ ਨੇ ਪਰ ਦੁਖੀ ਨਹੀਂ ਹੁੰਦੇ, ਰਹਿੰਦੇ ਪਰਿਵਾਰ ਦੇ ਵਿੱਚ ਹੀ ਨੇ, ਵਿੱਚ ਹੀ ਰਹਿੰਦੇ ਹੋਏ, ਹੱਸਦੇ ਖੇਡਦੇ, ਖਾਂਦੇ ਪਹਿਨਦੇ, ਉਹ ਵਿੱਚ ਹੀ ਮੁਕਤ ਰਹਿੰਦੇ, ਕਿਉਂਕਿ ਉਹਨਾਂ ਨੂੰ ਜੁਗਤੀ ਆ ਗਈ, ਉਹਨਾਂ ਨੂੰ ਤਰੀਕਾ ਆ ਗਿਆ। ਉਹਨਾਂ ਨੇ ਗੁਰੂ ਦੀ ਮੱਤ ਲੈ ਕੇ ਜਿਉਣ ਦਾ ਢੰਗ ਸਿੱਖ ਲਿਆ। ਮਹਾਰਾਜ ਤਾਈਓਂ ਉਹਨਾਂ ਵਰਤਾਏ ਕਹਿੰਦੇ ਨੇ, ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸਾਉਂਦਿਆਂ ਖਿਲਾਉਂਦਿਆਂ, ਪਹਿਨਾਉਂਦਿਆਂ ਖਵਾਉਂਦਿਆਂ, ਵਿੱਚੇ ਹੋਵੇ ਮੁਕਤ। ਵੀ ਉਹ ਵਿੱਚ ਹੀ ਰਹਿੰਦੇ ਪਰਿਵਾਰ ਦੇ, ਉਹ ਵਿੱਚ ਹੀ ਮੁਕਤ, ਕਿਉਂਕਿ ਇਹਨਾਂ ਤੋਂ ਉੱਪਰ ਉੱਠੇ ਹੋਏ ਵਿਚਾਰਾਂ ਤੋਂ। ਉਹਨਾਂ ਦਾ ਮਨ ਹੈ ਜਿਹੜਾ ਉਹ ਸੈਂਸੇ ਫਿਕਰਾਂ, ਚਿੰਤਾਵਾਂ ਦੇ ਵਿੱਚ ਨਹੀਂ, ਕਿਉਂਕਿ ਉਹ ਨੌਕਰ ਬਣ ਕੇ ਚੱਲਦੇ,
ਮਾਲਕ ਦੇ, ਉਹਨਾਂ ਨੂੰ ਭੇਦ ਹੈ ਵੀ ਸਾਰੇ ਬੱਚੇ ਤਾਂ ਪਰਮਾਤਮਾ ਦੇ ਨੇ, ਇੱਕ ਪਿਤਾ ਇੱਕ ਸਖੀਹਮ ਬਾਰਕ। ਅਤੇ ਉਹਨਾਂ ਨੂੰ ਮਾਲਕ 'ਤੇ ਭਰੋਸਾ, ਮਾਲਕ 'ਤੇ ਪ੍ਰਤੀਤ ਹੈ। ਭਰੋਸਾ ਹੋਣ ਕਰਕੇ ਉਹਨਾਂ ਦਾ ਮਨ ਅਸ਼ਾਂਤ ਨਹੀਂ ਹੁੰਦਾ, ਦੁਖੀ ਨਹੀਂ ਹੁੰਦਾ, ਕਿਉਂਕਿ ਉਹਨਾਂ ਦਾ ਮਨ ਸਥਿਰ ਹੈ। ਇਸ ਕਰਕੇ ਫਿਰ ਉਹਨਾਂ ਨੂੰ ਗਾਉਣਾ ਉਗਣ ਜਿਹੜੇ ਸਮਾਨ ਲੱਗਦੇ ਵੀ ਇਹ ਸਾਰਾ ਕੁਛ ਮਾਲਕ ਦਾ ਹੀ ਪੈਦਾ ਕੀਤਾ ਹੋਇਆ, ਇਸ ਕਰਕੇ ਉਹਨਾਂ ਦਾ ਮਨ ਰੋਸ ਨਹੀਂ ਕਰਦਾ, ਦੁਖੀ ਨਹੀਂ ਹੁੰਦਾ। ਉਹ ਫਿਰ ਮਾਲਕ ਦੇ ਹੁਕਮ ਨੂੰ ਮੰਨ ਕੇ ਉਹਦੀ ਰਜ਼ਾ ਦੇ ਵਿੱਚ ਚੱਲਦੇ ਅਤੇ ਗੁਰੂ ਦੇ ਸ਼ਬਦ ਦੀ ਵਿਚਾਰ ਕਰਕੇ ਉਹਨਾਂ ਦਾ ਮਨ ਸੁਖੀ ਰਹਿੰਦਾ, ਆਨੰਦ ਅਵਸਥਾ 'ਚ ਰਹਿੰਦਾ। ਇਸੇ ਵਾਸਤੇ ਜੀ ਮਹਾਰਾਜ ਫਰਮਾਉਂਦੇ, ਗੁਣ ਔਗਣ ਸਮਾਨ ਹੈ ਜੇ ਆਪ ਕੀਤੇ ਕਰਤਾਰ, ਨਾਨਕ ਹੁਕਮ ਮੰਨੇ ਸੁਖ ਪਾਈਏ ਗੁਰ ਸ਼ਬਦੀ ਵਿਚਾਰ। ਵੀ ਜਦੋਂ ਅਸੀਂ ਗੁਰੂ ਦੇ ਸ਼ਬਦ ਦੀ ਵਿਚਾਰ ਕਰਾਂਗੇ ਤਾਂ ਸਾਨੂੰ ਸੁੱਖ, ਸਾਨੂੰ ਆਨੰਦ, ਉਹਦੇ ਹੁਕਮ ਦੇ ਵਿੱਚ ਰਵਾਂਗੇ ਅਤੇ ਸੁਖੀ ਰਵਾਂਗੇ। ਫਿਰ ਸਾਨੂੰ ਗੁਣ ਔਗਣ ਸਮਾਨ ਲੱਗਣ, ਨਹੀਂ ਤਾਂ ਫਿਰ ਜੀਵ ਤਾਈਓ ਇਹਨਾਂ ਦੇ ਵਿੱਚ ਹੀ ਦੁਖੀ ਹੁੰਦਾ ਵੀ ਆਹ ਚੰਗਾ, ਆਹ ਮਾੜਾ, ਆਹ ਬੁਰਾ ਹੈ, ਆਹ ਭਲਾ ਹੈ, ਇਹਨੇ ਪਾਪ ਪੁੰਨ ਕੀਤਾ। ਸੋ ਆਪਾਂ ਨੂੰ ਫਿਰ ਕਹਿੰਦੇ ਵੀ ਇਹਨਾਂ ਤੋਂ ਉੱਪਰ ਉੱਠੋ, ਅਤੇ ਉੱਪਰ ਉੱਠਣ ਵਾਸਤੇ ਹੌਲੀ ਅਸੀਂ ਵੱਧ ਤੋਂ ਵੱਧ ਅਭਿਆਸ ਕਰਨ, ਬਹਿੰਦੇ ਉੱਠਦੇ ਚੱਲਦੇ ਫਿਰਦੇ ਮਨ ਨੂੰ ਸ਼ਬਦ ਦਾ ਆਸਰਾ ਦੇਣਾ। ਮਹਾਰਾਜ ਤਾਈਓ ਫਰਮਾਉਂਦੇ, ਚਲਤ ਵੈਸਤ ਸੋਭਤ ਜਾਗਤ ਗੁਰਮੰਤਰ ਰਿਧੀ ਚਿਤਾਰ। ਵੀ ਚੱਲਦੇ ਬਹਿੰਦੇ ਵੀ ਇਹ ਗੁਰਮੰਤਰ ਨੂੰ ਹਿਰਦੇ ਵਿੱਚ ਚਿਤਾਰੋ, ਇਹਨੂੰ ਦ੍ਰਿੜ ਕਰ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਨਾਲ ਨਾਲ ਧਿਆਨ ਦੇ ਨਾਲ ਸੁਣਨਾ ਅਤੇ ਵਿਚਾਰਨਾ, ਤਾਂ ਕਿ ਸਾਡਾ ਮਨ ਹੋਰ ਵਿਚਾਰਾਂ 'ਚ ਨਾ ਜਾਵੇ, ਫੁਰਨਿਆਂ 'ਚ ਨਾ ਜਾਵੇ। ਜਦੋਂ ਅਸੀਂ ਗੁਰਬਾਣੀ ਗੁਰੂ ਨੂੰ ਵਿਚਾਰਾਂਗੇ ਅਤੇ ਸਾਡੇ ਮਨ ਨੂੰ ਚੌਥੇ ਪਦ 'ਚ ਲੈ ਜਾਣਗੇ, ਕਿਉਂਕਿ ਗੁਰਬਾਣੀ ਚੌਥੇ ਪਦ ਦੀ ਜਿੱਥੇ ਦੀ ਵਿਚਾਰ ਕਰਦੇ, ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰਾਂਗੇ ਸਹਿਜ ਵਿੱਚ, ਸਾਡੇ ਮਨ ਨੂੰ ਉੱਥੇ ਹੀ ਲੈ ਜਾਣਗੇ। ਜਿੱਥੇ ਦੀ ਵਿਚਾਰ ਕਰਦੇ ਸਹਿਜ ਕਰਦੇ, ਸਾਡਾ ਮਨ ਵੀ ਸਹਿਜ ਵਿੱਚ ਚਲਾ ਜਾਏਗਾ। ਆਦੇ ਵੱਧ ਤੋਂ ਵੱਧ ਅਸੀਂ ਸਤ ਸੰਗਤ ਕਰਨੀ, ਜਿੰਨੀ ਆਪਾਂ ਸੰਗਤ ਕਰਾਂਗੇ ਸਾਨੂੰ ਓਨਾ ਹੀ ਲਾਭ ਹੁੰਦਾ, ਸਾਨੂੰ ਓਨਾ ਹੀ ਲਾਹਾ ਹੁੰਦਾ। ਜਦੋਂ ਅਸੀਂ ਵਾਰ-ਵਾਰ ਫਿਰ ਗੁਰਮੁਖਾਂ ਦਾ ਜੀਵਨ, ਉਹਨਾਂ ਦੇ ਜਿਉਣ ਦਾ ਢੰਗ, ਉਹ ਅਸੀਂ ਜਦੋਂ ਗੁਰਬਾਣੀ ਗੁਰੂ ਦੁਆਰਾ ਵਿਚਾਰ ਕਰਦੇ ਹਾਂ, ਦੇਖਦੇ ਹਾਂ, ਫਿਰ ਆਪਣੇ ਮਨ ਦੇ ਵਿੱਚ ਵੀ ਉਤਸ਼ਾਹ ਪੈਦਾ ਹੁੰਦਾ ਵੀ ਸਾਡਾ ਜੀਵਨ ਵੀ ਗੁਰਮੁਖਾਂ ਵਾਲਾ ਹੋਵੇ। ਵੀ ਜਿਵੇਂ ਉਹਨਾਂ ਦਾ ਮਨ ਸੁਖੀ ਹੈ, ਉਹਨਾਂ ਦਾ ਮਨ ਦੁਖੀ ਨਹੀਂ ਹੁੰਦਾ, ਉਹਨਾਂ ਨੂੰ ਕੋਈ ਸਹਿੰਸਾ ਨਹੀਂ, ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਕਿਉਂਕਿ ਉਹਨਾਂ ਨੇ ਸਾਰਾ ਕੁਛ ਹੀ ਪਰਮੇਸ਼ਰ 'ਤੇ ਛੱਡਿਆ ਹੋਇਆ, ਮਾਲਕ 'ਤੇ। ਜਿਹਦਾ ਸੱਜਣ ਮਾਲਕ ਹੈ, ਪਰਮਾਤਮਾ ਹੈ, ਉਸ ਗੁਰਮੁਖ ਨੂੰ ਕਿਸੇ ਚੀਜ਼ ਦੀ ਕਦੇ ਕੋਈ ਕਮੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ, ਜਾ ਕਾ ਮੀਤ ਸਾਜਨ ਹੈ ਸ਼ਮੀਆਂ, ਤਿਸ ਜਨ ਕੋ ਕਹੋ ਕਾਕੀ ਕਮੀਆਂ। ਵੀ ਮਾਲਕ ਕੋਈ ਕਮੀ ਰਹਿਣ ਹੀ ਨਹੀਂ ਦਿੰਦਾ। ਜਦੋਂ ਅਸੀਂ ਉਹਨੂੰ ਆਪਣਾ ਆਪਾਂ ਸਮਰਪਣ ਹੀ ਕਰ ਦਿੱਤਾ, ਅਤੇ ਫਿਰ ਉਹਨੇ ਕਿਸੇ ਚੀਜ਼ ਦੀ ਜਾਂ ਕਿਸੇ ਕਿਸਮ ਦੀ ਸਾਨੂੰ ਕੋਈ ਕਮੀ ਆਉਣ ਹੀ ਨਹੀਂ ਦੇਣੀ। ਮਨ ਸਾਡਾ ਮਨ ਹੈ ਜਿਹੜਾ, ਉਹ ਚੜ੍ਹਦੀ ਕਲਾ 'ਚ ਹੀ ਰਹਿਣਾ, ਅਤੇ ਹਮੇਸ਼ਾ ਇਹਨੇ ਖੜਾਓ ਦੇ ਵਿੱਚ ਹੀ ਰਹਿਣਾ, ਅਤੇ ਆਨੰਦ ਅਵਸਥਾ ਸਹਿਜ ਵਿੱਚ ਹੀ ਰਹਿਣਾ। ਸੋ ਇਸ ਵਾਸਤੇ ਹੁਣ ਜੋ ਸਾਨੂੰ ਸਤਿਗੁਰੂ ਉਪਦੇਸ਼ ਕਰ ਰਹੇ, ਸਮਝਾ ਰਹੇ, ਇਹ ਉਪਦੇਸ਼ ਨੂੰ ਆਪਾਂ ਚੰਗੀ ਤਰ੍ਹਾਂ ਸਮਝ ਕੇ, ਮੰਨ ਕੇ, ਕਮਾ ਕੇ ਆਪਦੇ ਜੀਵਨ ਦਾ ਲਾਹਾ ਕੱਟ ਸਕਦੇ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਸਾਨੂੰ ਮਹਾਂਪੁਰਸ਼ਾਂ ਨੇ, ਸਾਧੂ ਜਨਾਂ ਨੇ ਇਹੋ ਸਮਝਾਉਣਾ ਹੁੰਦਾ ਵੀ ਤੁਸੀਂ ਮਾਲਕ ਦੀ ਰਜ਼ਾ ਦੇ ਵਿੱਚ, ਵੀ ਜੋ ਮਾਲਕ ਕਰ ਰਿਹਾ ਵੀ ਉਹਨੂੰ ਭਲਾ ਕਰਕੇ ਮੰਨੋ। ਇਹਨੂੰ ਸਮੱਤ ਕਹਿੰਦੇ। ਫਿਰ ਆਪਾਂ ਨੂੰ ਸਾਧ ਸੰਗਤ 'ਚੋਂ ਮਿਲਦੀ।
ਤਾਈਓ ਮਾਰੇ ਫਰਮਾਉਂਦੇ ਨੇ, ਜੋ ਪ੍ਰਭ ਕੀਨੋ ਸੋਈ ਭਲ ਮਾਨਿਓ, ਇਹ ਸਮਤ ਸਾਧੂ ਤੇ ਪਾਈ। ਵੀ ਮਹਾਂਪੁਰਖਾਂ ਦੀ ਸੰਗਤ ਕਰਕੇ, ਸਾਧੂ ਜਨਾਂ ਦਾ ਸੰਗ ਕਰਕੇ ਫਿਰ ਇਹ ਆਪਾਂ ਨੂੰ ਸਮਤ ਆਉਂਦੀ। ਸੋ ਇਸ ਵਾਸਤੇ ਹੁਣ ਆਪਾਂ ਵੀ ਇਹ ਗਿਆਨ ਨੂੰ ਤਾਈਓ ਦ੍ਰਿੜ ਕਰਦੇ ਹਾਂ ਵੀ ਤਾਂ ਕਿ ਆਪਣੇ ਮਨ ਨੂੰ ਵੀ ਇਹ ਸਮਤਾ 'ਚ, ਆਪਣਾ ਮਨ ਵੀ ਇਸ ਅਵਸਥਾ 'ਚ ਆ ਜੇ ਸਹਿਜ ਦੇ ਵਿੱਚ, ਵੀ ਆਪਾਂ ਨੂੰ ਵੀ ਮਾਲਕ ਦਾ ਕੀਤਾ ਹੋਇਆ ਸਾਨੂੰ ਮਿੱਠਾ ਲੱਗੇ, ਪਿਆਰਾ ਲੱਗੇ, ਵੀ ਜੋ ਤੂੰ ਕਰਦਾ ਉਹੀਓ ਭਲਾ ਹੈ, ਸਾਡਾ ਮਨ ਰੋਸ ਨਾ ਕਰੇ, ਉਹਦੀ ਰਜਾ ਦੇ ਵਿੱਚ ਆ ਜੀ। ਸੋ ਇਸ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤਸੰਗਤ ਕਰ ਅਤੇ ਬੇਨਤੀਆਂ ਜੋਦੜੀਆਂ ਬਈ ਕਿਵੇਂ ਸਾਡਾ ਮਾਲਕ ਦੇ ਨਾਲ ਮੇਲ ਹੋ ਜੇ, ਮਿਲਾਪ ਹੋ ਜੇ। ਉਹ ਫਿਰ ਆਪਾਂ ਅਸੀਸਾਂ ਲੈਣੀਆਂ ਹੁੰਦੀਆਂ ਸਾਧ ਸੰਗਤ ਦੇ ਵਿੱਚ। ਇਹਨੂੰ ਮਾਰੇ ਕਹਿੰਦੇ ਦੇਹੋ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵੀ ਉਹ ਅਸੀਸਾਂ ਫਿਰ ਸਾਨੂੰ ਗੁਰਮੁਖਾਂ ਤੋਂ ਮਿਲਦੀਆਂ, ਸੰਤ ਸਾਧੂ ਜਨਾਂ 'ਚ, ਸਤ ਸੰਗਤ ਦੇ ਵਿੱਚ। ਉਹ ਅਸੀਸਾਂ ਫਿਰ ਆਪਾਂ ਨੂੰ ਲੱਗ ਜਾਂਦੀ, ਜਿਹੜੀ ਸੱਚੇ ਮਨ ਦੇ ਵਿੱਚੋਂ ਦਿੱਤੀ ਹੋਈ ਅਸੀਸ ਉਹ ਆਪਾਂ ਨੂੰ ਲੱਗ ਜਾਂਦੀ, ਅਤੇ ਉਹ ਅਸੀਸਾਂ ਹੀ ਫਿਰ ਆਪਾਂ ਨੂੰ ਤਾਰ ਦਿੰਦੀਆਂ ਅਤੇ ਮਾਲਕ ਨਾਲ ਸਾਡਾ ਮਿਲਾਪ ਹੋ ਜਾਂਦਾ। ਸੋ ਗੁਰਮੁਖ ਪਿਆਰੇ, ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।